ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਵੈਬ ਟੀਵੀ। ਮੈਂ ਤੁਹਾਡਾ ਆਪਣਾ ਓਮ ਪ੍ਰਕਾਸ਼ ਸ਼ੇਖੂ। ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਸਮਾਜ ਸੇਵੀ ਦੇ ਨਾਲ ਪੱਤਰਕਾਰੀ ਦੇ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਔਰ ਉਹਨਾਂ ਨੇ ਅੱਜ ਤੋਂ 17 ਸਾਲ ਪਹਿਲੇ ਆਜ਼ਾਦ ਸੇਵਾ ਸੁਸਾਇਟੀ ਬਣਾਈ ਔਰ ਮਲੋਟ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਕੱਲੇ ਹੀ ਸਾਈਕਲ ਤੇ ਚੱਲ ਪਏ। ਔਰ ਹਰ ਵਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਵਸ 'ਤੇ ਆਪਣੇ ਸਾਥੀਆਂ ਨਾਲ ਸਾਈਕਲ ਦੇ ਉੱਤੇ ਜਾ ਕੇ ਹੁਸੈਨੀਵਾਲਾ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਰਹੇ। ਉਹਨਾਂ ਸੁਪਨਿਆਂ ਨੂੰ ਉਹ ਅੱਗੇ ਲੈ ਕੇ ਜਾ ਰਹੇ ਸੀ। ਇਸੇ ਸਮੇਂ ਦੌਰਾਨ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਵਿੱਚ ਰਾਜਧਾਨੀ ਵਿੱਚ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਉਹਨਾਂ ਦੇ ਵਿਚਾਰਾਂ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਦੀ ਮਤਲਬ ਜੀਵਨੀ ਝਲਕੀ, ਉਹਨਾਂ ਦੇ ਪੂਰਨੇ ਝਲਕੇ। ਉਹਨਾਂ ਤੋਂ ਗੱਲਾਂ ਤੋਂ ਹੀ ਪ੍ਰਭਾਵਿਤ ਹੋ ਕੇ ਉਸ ਸ਼ਖਸੀਅਤ ਨੇ ਆਮ ਪਾਰਟੀ ਨੂੰ ਨਾਲ ਜੁਆਇਨ ਕੀਤੀ, ਸਪੋਰਟ ਕੀਤੀ। ਔਰ ਇਸ ਵਾਰ ਦੇ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਡਟ ਕੇ ਪੂਰੇ ਮਲੋਟ ਵਿਧਾਨ ਸਭਾ ਹਲਕੇ ਦੇ ਵਿੱਚ ਆਮ ਪਾਰਟੀ ਦੇ ਕੈਂਡੀਡੇਟ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਸਪੋਰਟ ਕੀਤੀ। ਆਓ ਅੱਜ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਮੇਰੀ ਮੁਰਾਦ ਹੈ ਪੱਤਰਕਾਰ ਸਮਾਜ ਸੇਵੀ ਸ਼੍ਰੀ ਕ੍ਰਿਸ਼ਨ ਮਿੱਡਾ ਜੀ। ਕ੍ਰਿਸ਼ਨ ਮਿੱਡਾ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਨਮਸਕਾਰ ਕਹਿੰਦੇ ਹਾਂ। ਧੰਨਵਾਦ, ਸ਼ੁਕਰੀਆ ਜੀ। ਨਵਾਂ ਜ਼ਮਾਨਾ ਵੈਬ ਚੈਨਲ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਅਤੇ ਸਮਾਂ ਦਿੱਤਾ। ਮਿੱਡਾ ਸਾਹਿਬ, ਤੁਸੀਂ ਇਲੈਕਸ਼ਨ ਬੀਤੇ ਨੂੰ ਹਜੇ ਸਿਰਫ 3 ਮਹੀਨੇ ਹੋਏ ਆ ਪੰਜਾਬ ਦੇ ਵਿੱਚ ਸਰਕਾਰ ਆਈ ਨੂੰ। ਔਰ ਬੜੀ ਖੁਸ਼ਕਿਸਮਤੀ ਮੰਨੀ ਮਲੋਟ ਵਾਲਿਆਂ ਨੇ ਕਿ ਸਾਡੇ ਜਿਹੜਾ ਵਿਧਾਨ ਸਭਾ ਹਲਕੇ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ MLA ਜਿੱਤੇ ਔਰ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ। ਔਰ ਮਲੋਟ ਵਾਸੀਆਂ ਨੂੰ ਵੀ ਪੂਰੀਆਂ ਉਮੀਦਾਂ ਸੀ ਔਰ ਪੰਜਾਬ ਦੇ ਲੋਕਾਂ ਨੂੰ ਵੀ ਉਮੀਦਾਂ ਸੀ। ਤਾਂ ਤੁਸੀਂ ਨੇ ਜੁਝਾਰੂ ਨੇਤਾ ਹੁੰਦੇ ਹੋਏ ਇਹੋ ਜਿਹਾ ਫਿਰ ਕੀ ਹੋਇਆ ਕਿ ਤੁਹਾਨੂੰ ਪਾਰਟੀ ਤੋਂ ਰਿਜ਼ਾਈਨ ਕਰਨਾ ਪਿਆ? ਦੇਖੋ ਜੀ, ਹਰ ਇੱਕ ਵਿਅਕਤੀ ਦੀ ਵੱਖਰੀ ਵੱਖਰੀ ਸੋਚ ਹੈ, ਵੱਖਰਾ ਵੱਖਰਾ ਤਰੀਕਾ ਕੰਮ ਕਰਨ ਦਾ। ਪਰੰਤੂ ਮੈਨੂੰ ਇਸ ਇੰਤਜ਼ਾਰ ਕਰਦੇ ਕਰਦੇ ਨੂੰ ਮੈਂ 17 ਸਾਲ ਟਪਾ ਦਿੱਤੇ ਸੀ ਆਪਣੀ ਲਾਈਫ ਦੇ ਵੀ ਕੋਈ ਅਜਿਹੀ ਪਾਰਟੀ ਜਦੋਂ ਆਈ, ਮੈਨੂੰ ਅਜਿਹੇ ਲੋਕਾਂ ਦੀ ਲੋੜ ਸੀ ਜਿਹੜੇ ਪੰਜਾਬ ਦੇ ਵਿੱਚ ਦੱਬੇ ਕੁਚਲੇ ਲੋਕਾਂ ਨੂੰ, ਗਰੀਬ ਲੋਕਾਂ ਨੂੰ ਭਗਤ ਸਿੰਘ ਦੀ ਸੋਚ ਵਾਂਗ ਬਰਾਬਰ ਦਾ ਸਮਾਜ, ਬਰਾਬਰ ਦਾ ਇਨਸਾਫ ਦਵਾ ਸਕਣ। ਹਰ ਇੱਕ ਵਿਅਕਤੀ ਉਹਨਾਂ ਦੇ ਰਾਜ ਦਰਬਾਰ ਦੇ ਵਿੱਚ ਜਾ ਕੇ ਇਨਸਾਫ ਲੈ ਸਕੇ। ਇੰਨੇ ਸਾਲ ਮੈਨੂੰ ਇਸ ਉਮੀਦਾਂ ਦੇ ਨਾਲ ਲੱਗਦੇ ਨੂੰ ਹੋ ਗਏ। ਮੇਰੀ ਇੱਕ ਕੋਸ਼ਿਸ਼ ਸੀ, ਆਪਦੀ ਵੀ ਕੋਸ਼ਿਸ਼ ਸੀ, ਪਰ ਮੈਂ ਨਹੀਂ ਜੋੜ ਪਾਇਆ ਲੋਕਾਂ ਨੂੰ ਆਪਣੇ ਨਾਲ, ਕਿਉਂਕਿ ਇਹੀ ਇੱਥੇ ਸਾਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹੀ ਕਮੀ ਹੈ ਸਾਡੇ ਲੋਕਾਂ ਦੇ ਵਿੱਚ ਕਿ ਉਹਨਾਂ ਕੋਲ ਸਮਾਂ ਹੀ ਨਹੀਂ ਆਪਦੇ ਹੱਕਾਂ ਦੇ ਲਈ ਲੜਨ ਦੇ ਲਈ, ਆਪਦੇ ਇਨਸਾਫ ਦੇ ਲਈ। ਜਿਹੜੇ ਦੱਬੇ ਕੁਚਲੇ ਲੋਕ ਹੁੰਦੇ ਉਹ ਸਿਰਫ ਅਤੇ ਸਿਰਫ ਇੱਥੇ ਤੱਕ ਹੀ ਰਹਿ ਜਾਂਦੇ ਆ ਕਿ ਉਹਨਾਂ ਨੂੰ ਆਪਣੇ ਘਰ ਦਾ ਹੀ ਫਿਕਰ ਰਹਿੰਦਾ, ਉਹਨਾਂ ਨੂੰ ਰੋਟੀ ਕਮਾਉਣ ਦਾ ਹੀ ਫਿਕਰ ਰਹਿੰਦਾ। ਜੇ ਉਹ ਜਾਂ ਤਾਂ ਉਹ ਰੋਟੀ ਕਮਾ ਲੈਣ ਅਤੇ ਜਾਂ ਉਹ ਆਪਾਂ ਇਹ ਹੱਕਾਂ ਦੇ ਲਈ ਲੜ ਲੈਣ। ਤਾਂ ਜਦੋਂ ਇਹ ਆਮ ਆਦਮੀ ਪਾਰਟੀ ਆਈ ਅਤੇ ਮੈਨੂੰ ਲੱਗਿਆ ਵੀ ਐਤਕੀ ਕੁਛ ਨਾ ਕੁਛ ਬਦਲਾਵ ਜਿਹੜਾ ਜ਼ਰੂਰ ਆਊਗਾ। ਔਰ ਮੈਂ ਪੂਰੇ ਜਨੂੰਨ ਦੇ ਨਾਲ ਇਹਦੇ ਵਿੱਚ ਜੁਆਇਨਿੰਗ ਕੀਤੀ। ਪਰ ਮੈਂ ਮਾਨ ਸਾਹਿਬ ਦਾ ਬੜਾ ਸਤਿਕਾਰ ਕਰਦਾ। ਕਿਉਂਕਿ ਉਹਨਾਂ ਦੇ ਵਿੱਚ ਮੈਨੂੰ ਹਜੇ ਵੀ ਲੱਗਦਾ ਹੈ ਵੀ ਉਹਨਾਂ ਦੇ ਵਿੱਚ ਜਿਹੜੀ ਇਮਾਨਦਾਰੀ ਹੈ ਉਹ ਕੁੱਟ ਕੇ ਭਰੀ ਹੋਈ ਹੈ। ਪਰ ਮੈਂ ਇੱਥੇ ਨਾਲ ਇਹ ਵੀ ਗੱਲ ਕਹਿਣਾ ਵੀ ਇੱਕ ਬੰਦਾ ਕੁਛ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੀ ਪੂਰੀ ਟੀਮ ਨਹੀਂ ਹੁੰਦੀ, ਨਾਲ ਇਮਾਨਦਾਰ ਟੀਮ ਹੋਵੇ। ਜਦੋਂ ਤੱਕ ਇਮਾਨਦਾਰ ਟੀਮ ਨਹੀਂ ਹੁੰਦੀ ਉਹ ਉੱਥੇ ਜਿਹੜੀ ਆ ਉਹ ਗੜਬੜ ਹੋ ਜਾਂਦੀ ਹੈ। ਅਤੇ ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਮਾਨ ਸਾਹਿਬ ਨੂੰ ਤਾਂ ਹੁਣ ਮੇਰੇ ਵਰਗਿਆਂ ਦਾ ਵੀ ਨਹੀਂ ਪਤਾ। ਮੇਰੇ ਵਰਗੇ ਬਥੇਰੇ ਬੰਦੇ ਹੋਣਗੇ ਜਿਨ੍ਹਾਂ ਨੂੰ 1 ਰੁਪਏ ਦੀ ਲੋੜ ਨਹੀਂ, ਕੋਈ ਅਹੁਦੇ ਦੇ ਭੁੱਖੇ ਨਹੀਂ ਅਸੀਂ, ਕੋਈ ਪੈਸੇ ਦੀ ਲੋੜ ਨਹੀਂ ਸਾਨੂੰ। ਸਿਰਫ ਅਤੇ ਸਿਰਫ ਅਸੀਂ ਜੁੜੇ ਇਮਾਨਦਾਰੀ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਦੇ ਲਈ। ਮਿੱਡਾ ਸਾਹਿਬ, ਕੁਝ ਸਮਾਂ ਪਹਿਲਾਂ ਮਲੋਟ ਦੇ ਵਿੱਚ ਜੀ ਆਮ ਪਾਰਟੀ ਦੇ ਸੀਨੀਅਰ ਵਰਕਰਾਂ ਵੱਲੋਂ ਸਥਾਨਕ MLA ਡਾਕਟਰ ਬਲਜੀਤ ਕੌਰ ਜੋ ਇਸ ਵੇਲੇ ਕੈਬਨਿਟ ਮੰਤਰੀ ਨੇ, ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਗਈ ਸੀ ਕਿ ਉਹ ਜਿਹੜੇ ਟਕਸਾਲੀ ਹੈ, ਜਿਨ੍ਹਾਂ ਨੇ ਸਟਾਰਟਿੰਗ ਤੋਂ ਆਮ ਪਾਰਟੀ ਦੇ ਲਈ ਮਿਹਨਤ ਕੀਤੀ ਜੀ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਤੇ ਬਾਹਰਲੇ ਲੋਕਾਂ ਨੂੰ ਵਿੱਚ ਸ਼ਾਮਲ ਕੀਤਾ ਜਾ ਰਿਹਾ। ਤਾਂ ਉਸ ਵੇਲੇ ਤੁਹਾਡਾ ਇਹ ਕਹਿਣਾ ਸੀ ਕਿ ਪਾਰਟੀ ਨੂੰ ਕੁਝ ਸਮਾਂ ਦਿੱਤਾ ਜਾਵੇ, ਅਤੇ ਉਦੋਂ ਤੁਹਾਡਾ ਨਜ਼ਰੀਆ ਹੋਰ ਸੀ ਅਤੇ ਅੱਜ ਨਜ਼ਰੀਆ ਹੋਰ ਹੈ। ਅਤੇ ਕੀ ਇਹਦਾ ਮਤਲਬ ਵੀ ਜਿਹੜੇ ਉਹ ਲੋਕ, ਉਹ ਵਰਕਰ ਉਸ ਟਾਈਮ ਜਿਹੜੀ ਆਵਾਜ਼ ਉਠਾ ਰਹੇ ਸੀ, ਅਤੇ ਕੀ ਉਹ ਆਪਣੀ ਥਾਂ 'ਤੇ ਸਹੀ ਸੀ?
ਦੇਖੋ, ਖੈਰ ਤੁਸੀਂ ਇਸ ਗੱਲ ਨੂੰ ਭੁੱਲ ਗਏ, ਮੇਰੀ ਰਿਕਾਰਡਿੰਗ ਉਸ ਦਿਨ ਦੀ ਵੀ ਪਈ ਹੋਊਗੀ। ਮੈਂ ਉਸ ਦਿਨ ਧਰਨੇ ਦੇ ਵਿੱਚ ਵੀ ਸ਼ਾਮਲ ਹੋਇਆ, ਮੈਂ ਉੱਥੇ ਬੋਲਿਆ ਵੀ, ਕਿਉਂਕਿ ਮੈਂ ਅੱਜ ਵੀ ਤੇ ਰਹਿੰਦੀ ਦੁਨੀਆ ਤੱਕ ਜੋ ਤੱਕ ਮੇਰੀ ਲਾਈਫ ਹੈ, ਮੈਂ ਪਬਲਿਕ ਦੇ ਨਾਲ ਜੁੜਿਆ। ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਨਾ। ਮੈਂ ਸਿਰਫ ਉਸ ਪਾਰਟੀ ਦੇ ਵਾਸਤੇ ਹਾਂ ਜੋ ਪਾਰਟੀ ਸਮਾਜ ਦਾ ਕੰਮ ਕਰਦੀ ਹੈ, ਸਮਾਜ ਦੇ ਲੋਕਾਂ ਦਾ ਭਲਾ ਕਰਦੀ ਹੈ। ਤਾਂ ਮੈਂ ਉੱਥੇ ਵੀ ਆਵਾਜ਼ ਚੁੱਕੀ ਵੀ ਜਿਹੜੇ ਬੰਦੇ ਪਾਰਟੀ ਨੂੰ ਸਟੈਂਡ ਕਰਨ ਵਾਲੇ ਹੈ, ਜਿਹੜੇ ਬੰਦੇ ਪਾਰਟੀ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਨੂੰ ਸਟੈਂਡ ਕੀਤਾ ਹੈ, ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਲੇਕਿਨ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ। ਇੱਕ ਹੋਰ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ, ਜਿਹੜਾ ਤਜਰਬਾ ਹੁੰਦਾ ਨਾ, ਉਹ ਤਜਰਬਾ ਪ੍ਰੈਕਟੀਕਲੀ ਵਿੱਚ ਖੁੱਬ ਕੇ ਆਉਂਦਾ ਹੈ। ਜੇ ਆਪਾਂ ਕਹਿ ਦਈਏ ਅੱਜ 30 ਸਾਲ ਦਾ ਇੱਕ ਵਿਅਕਤੀ ਇੰਨਾ ਸਮਝਦਾਰ ਹੋ ਜਾਊਗਾ ਜਾਂ 35 ਸਾਲ ਦਾ ਸਮਝਦਾਰ ਹੋ ਜਾਊਗਾ, ਨਹੀਂ ਹੋ ਸਕਦਾ। ਕਿਉਂਕਿ ਜਿਹੜਾ 55 ਸਾਲ ਦੇ ਨੂੰ ਤਜਰਬਾ ਜਾਂ 75 ਸਾਲ ਵਾਲੇ ਨੂੰ ਤਜਰਬਾ ਹੈ, ਉਹ ਆਪਦੀ ਜਗ੍ਹਾ ਇੱਕ ਰੱਖਦਾ। ਜਿਹੜਾ ਰਾਜਨੀਤਿਕ ਤਜਰਬਾ ਹੈ, ਹੁਣ ਦੇਖੋ ਮੈਂ ਰਾਜਨੀਤੀ ਦੇ ਵਿੱਚ ਜਮਾਂ ਫਰੈਸ਼ ਸੀ, ਪਰ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਕਿਉਂਕਿ ਮੇਰੀ ਇੱਕ ਸੋਚ ਸੀ ਵੀ ਮੈਂ ਇੱਕ ਨੌਲੇਜ ਲੈਣੀ ਹੈ। ਤਾਂ ਮੈਨੂੰ 1 ਸਾਲ ਦੇ ਵਿੱਚ ਬਹੁਤ ਕੁਝ ਨੌਲੇਜ ਮਿਲ ਗਈ। ਹਜੇ ਤਾਂ ਬਹੁਤ ਘੱਟ ਹੈ, ਪਰ ਨੌਲੇਜ ਤਾਂ ਬੰਦਾ ਖਤਮ ਹੁੰਦਾ ਹੈ, ਪਰ ਨੌਲੇਜ ਨਹੀਂ ਖਤਮ ਹੁੰਦੀ। ਪਰ ਸੱਚਾਈ ਇਹ ਹੈ ਵੀ ਮੈਂ ਬਹੁਤ ਕੁਝ ਜਾਣ ਗਿਆ। ਔਰ ਉੱਥੇ ਜਿੱਥੇ ਸਾਡੇ ਦੇਖੋ ਵਰਕਰਾਂ ਦੀ ਭਾਵੇਂ ਗਲਤੀ ਹੋਵੇ ਵੀ, ਤਾਂ ਮੈਂ ਉਹਨੂੰ ਗਲਤੀ ਨਹੀਂ ਮੰਨਾਂਗਾ। ਕਿਉਂ ਨਹੀਂ ਮੰਨਾਂਗਾ? ਕਿਉਂਕਿ ਦੇਖੋ ਵਰਕਰ ਨੂੰ ਸਮਝਾਉਣਾ ਪਾਰਟੀ ਦੇ ਅਹੁਦੇਦਾਰਾਂ ਦਾ ਕੰਮ ਹੈ, ਸੀਨੀਅਰ ਦਾ ਕੰਮ ਹੈ, ਨਾ ਕਿ ਆਪਾਂ ਜਲਦੀ ਦੇ ਵਿੱਚ ਫੈਸਲਾ ਕਰੀਏ। ਲੇਕਿਨ ਇੱਥੇ ਗਲਤ ਕੀ ਹੋ ਰਿਹਾ, ਜਿੱਥੋਂ ਮੈਂ ਅਸਤੀਫਾ ਦਿੱਤਾ, ਇੱਥੇ ਗਲਤ ਇਹ ਹੋ ਰਿਹਾ ਵੀ ਜੋ ਭਗਵੰਤ ਮਾਨ ਜੀ ਦੀ ਸੋਚ ਹੈ, ਜੋ ਕੇਜਰੀਵਾਲ ਸਾਹਿਬ ਦੀ ਸੋਚ ਹੈ, ਉਹ ਇੱਥੇ ਨਹੀਂ ਅਪਣਾਈ ਜਾ ਰਹੀ। ਇੱਥੇ ਜਿਹੜੇ ਕੱਲ੍ਹ ਪਰਸੋਂ ਦੇ ਬੰਦੇ ਆਏ ਆ, ਜਿਨ੍ਹਾਂ ਨੇ ਹਜੇ ਡੱਕਾ ਤੱਕ ਨਹੀਂ ਤੋੜਿਆ, ਮੈਂ ਪੰਜਾਬੀ ਦੇ ਵਿੱਚ ਕਹੂੰਗਾ, ਜਿਨ੍ਹਾਂ ਨੇ ਕੁਛ ਨਹੀਂ ਕੀਤਾ, ਉਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ ਗਿਆ, ਉਹਨਾਂ ਨੂੰ ਸਲਾਹਕਾਰ ਬਣਾ ਦਿੱਤਾ ਗਿਆ, ਉਹਨਾਂ ਨੂੰ ਅਹੁਦੇ ਦੇ ਦਿੱਤੇ ਗਏ ਹੈ। ਔਰ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਸਾਰਿਕਾ ਗਰਗ ਹੈ, ਜੋ ਨਗਰ ਕੌਂਸਲ ਦੇ ਜਿਹੜੀ ਸਾਬਕਾ ਪ੍ਰਧਾਨ ਹੈ, ਉਹਨਾਂ ਦੀ ਨੂੰਹ ਹੈ। ਔਰ ਉਹ ਕਾਂਗਰਸ ਪਾਰਟੀ ਦੀ ਇਸ ਵੇਲੇ ਵੀ MC ਆ। ਉਹ ਕੀ ਬਾਤ। ਔਰ ਕਾਂਗਰਸ ਪਾਰਟੀ ਦੀ MC ਨੂੰ ਇੱਕ ਮੌਜੂਦਾ ਸਰਕਾਰ ਦੇ ਵਿੱਚ ਆਪਣੇ ਵਰਕਰਾਂ ਨੂੰ ਅਣਦੇਖਿਆ ਕਰਕੇ ਉਹਨਾਂ ਨੂੰ ਦੇਣਾ ਅਹੁਦਾ, ਇਹ ਮੈਂ ਤਾਂ ਠੀਕ ਨਹੀਂ ਸਮਝਦਾ। ਬਾਕੀ ਤੁਸੀਂ ਆਪ ਸਮਝਦਾਰ ਹੋ। ਮੇਟਾ ਸਾਹਿਬ, ਕਾਂਗਰਸੀ ਤੇ ਅਕਾਲੀ ਪਾਰਟੀਆਂ ਇਹ ਕਹਿੰਦੀਆਂ ਸੀ ਵੀ ਆਮ ਪਾਰਟੀ ਦਾ ਜਿੰਨਾ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ ਔਰ ਜਿੰਨਾ ਭਰਮ ਨਾਲ ਲੋਕ ਤੁਰੇ ਫਿਰਦੇ ਹੈ ਵੀ ਬਦਲਾਵ ਆਏਗਾ, ਤਾਂ ਉਹਨਾਂ ਦਾ ਕਹਿਣਾ ਸੀ ਕਿ ਬਦਲਾਵ ਨਹੀਂ ਆਏਗਾ, ਇਹ ਸਿਰਫ ਇੱਕ ਗੁੰਮਰਾਹ ਕਰ ਰਹੇ ਹਨ। ਕੀ ਉਹ ਗੱਲ ਅੱਜ ਸੱਚੀ ਹੁੰਦੀ ਜਾਪਦੀ ਹੈ? ਦੇਖੋ, ਮੈਂ ਫਿਰ ਤੁਹਾਨੂੰ ਇਹ ਗੱਲ ਦੇ ਨਾਲ ਗੱਲ ਜੋੜੂੰਗਾ। ਮੈਂ ਕਹਿੰਦਾ ਇਹ ਤੁਹਾਡੇ ਵਾਲੀ ਜਿਹੜੀ ਤੁਸੀਂ ਅੱਜ ਮੇਰੀ ਇੰਟਰਵਿਊ ਕਰ ਰਹੇ ਹੋ ਨਾ, ਇਹ ਮਾਨ ਸਾਹਿਬ ਤੱਕ, ਕੇਜਰੀਵਾਲ ਤੱਕ ਪਹੁੰਚੇ। ਕਾਰਨ ਕੀ? ਜ਼ਰੂਰ ਪਹੁੰਚੇ। ਕਾਰਨ ਕੀ? ਉਹਨਾਂ ਤੱਕ ਗੱਲਾਂ ਇਹ ਪਹੁੰਚਦੀਆਂ ਹੀ ਨਹੀਂ। ਗਰਾਊਂਡ ਤੋਂ ਲੈ ਕੇ ਜਿਹੜੀਆਂ ਗੱਲਾਂ ਹੁੰਦੀਆਂ, ਇਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਰਕਾਰ ਨੂੰ ਚਲਾਉਣ ਦੇ ਵਿੱਚ। ਔਰ ਗਰਾਊਂਡ ਲੈਵਲ 'ਤੇ ਤੁਸੀਂ ਵੀ ਇੱਕ ਪੱਤਰਕਾਰ ਹੋ, ਮੈਨੂੰ ਵੀ 32-33 ਸਾਲ ਹੋ ਗਏ ਪੱਤਰਕਾਰਤਾ ਕਰਦੇ ਨੂੰ। ਬਿਲਕੁਲ। ਇੱਕ ਪੱਤਰਕਾਰ ਨੂੰ ਇੱਕ ਹਰ ਇੱਕ ਡਿਪਾਰਟਮੈਂਟ ਦਾ ਪਤਾ ਹੁੰਦਾ ਹੈ, ਕਿੱਥੇ ਕਰਪਸ਼ਨ ਚੱਲਦੀ ਹੈ, ਕਿਹੜਾ ਬੰਦਾ ਕੰਮ ਕਰਦਾ, ਕਿਹੜਾ ਬੰਦਾ ਕੰਮ ਨਹੀਂ ਕਰਦਾ। ਔਰ ਤੁਹਾਨੂੰ ਅੱਜ ਖੁਸ਼ੀ ਤੁਹਾਨੂੰ ਵੀ ਹੋਊਗੀ ਕਿਉਂਕਿ ਤੁਸੀਂ ਸਾਡੇ ਪੱਤਰਕਾਰ ਸਾਥੀ ਹੋ। ਮੈਂ ਇਸ ਸੰਬੰਧ ਦੇ ਵਿੱਚ ਕੈਬਨਿਟ ਮੰਤਰੀ ਬੀਬੀ ਬਲਜੀਤ ਕੌਰ ਜੀ ਦੇ ਘਰ ਜਾ ਕੇ ਮੈਂ ਇਹ ਗੱਲ ਕਹਿ ਚੁੱਕਿਆ ਵੀ ਅਗਰ ਪੂਰੇ ਪੰਜਾਬ ਦੇ ਵਿੱਚ ਇੱਕ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੀ ਲਿਆ ਜਾਵੇ ਨਾ, ਤੇ ਕੋਈ ਵੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਕੀਮਤ 'ਤੇ ਫੇਲ ਹੋ ਹੀ ਨਹੀਂ ਸਕਦੀ। ਔਰ ਜਿਹੜੀਆਂ ਦੂਜੀਆਂ ਪਾਰਟੀਆਂ, ਅਕਾਲੀ ਦਲ ਵਾਲੀ ਹੈ, ਕਾਂਗਰਸ ਹੈ ਜਾਂ BJP ਹੈ, ਕੋਈ ਵੀ ਕਹਿੰਦਾ ਨਾ ਵੀ ਇਹ ਭਗਵੰਤ ਮਾਨ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਚੱਲ ਸਕਦੀ, ਮੈਂ ਦਾਅਵੇ ਦੇ ਨਾਲ ਕਹਿ ਸਕਦਾ ਜਿੱਥੇ ਸਾਡੇ ਪੱਤਰਕਾਰ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦੀ ਨੌਲੇਜ ਹੋਊਗੀ, ਮੈਂ ਕਹਿੰਦਾ ਇੱਕ ਹੀ ਲੈ ਲੈਣ। ਉਸ MLA ਨੂੰ, ਉਸ ਵਿਧਾਇਕ ਨੂੰ ਇਹ ਲੋੜ ਹੀ ਨਹੀਂ ਪੈਣੀ ਵੀ, ਕਿਉਂਕਿ ਦੇਖੋ ਫਰੈਸ਼ ਹੈ। ਆਮ ਆਦਮੀ ਪਾਰਟੀ ਦੇ ਵਿੱਚ ਫਰੈਸ਼ ਬੰਦੇ ਹੈ, ABC। ਸਿਰਫ ਇੱਕ ਬਦਲਾਵ ਦੀ ਨੀਤੀ ਦੇ ਕਾਰਨ ਜਿਹਨੂੰ ਮਰਜ਼ੀ ਖੜਾ ਕਰ ਦੇਣਾ ਸੀ, ਐਤਕੀ ਬਣਨਾ ਹੀ ਬਣਨਾ ਸੀ। ਕੀ ਲੱਗਦਾ ਮੇਡਾ ਸਾਹਿਬ ਵੀ ਤੁਹਾਡੀਆਂ ਗੱਲਾਂ ਤੋਂ ਇਹ ਲੱਗ ਰਿਹਾ ਵੀ ਤੁਸੀਂ ਆਮ ਪਾਰਟੀ ਜਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਨਾਰਾਜ਼ ਨਹੀਂ ਹੋ, ਤੁਸੀਂ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ, ਨਾਰਾਜ਼ ਹੋ? ਕੀ ਇਹ ਸੱਚ ਹੈ? ਬਿਲਕੁਲ ਸਹੀ ਹੈ। ਕਿਉਂ? ਉਹ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਵੀ ਜਦੋਂ ਇੱਕ ਵਿਅਕਤੀ ਨੂੰ ਜੋ ਕਿ ਫਰੈਸ਼ਰ ਹੋਵੇ, ਉੱਥੇ ਇਹ ਨਹੀਂ ਦੇਖਿਆ ਜਾਂਦਾ। ਮੈਨੂੰ ਤਾਂ ਲੱਗਦਾ ਸ਼ਾਇਦ ਬਲਜੀਤ ਕੌਰ ਮੇਰੇ 'ਚ ਉਮਰ ਤੋਂ ਵੀ ਛੋਟੀ ਹੋਊਗੀ ਸ਼ਾਇਦ,
ਮੇਰੀ 54-55 ਸਾਲ ਦੀ ਮੈਨੂੰ ਲੱਗਦਾ ਹੋਊਗੀ 40 ਦੇ ਕਰੀਬ ਹੋਊਗੀ ਕਰੀਬ ਹੈ ਨਾ। ਮੰਨ ਲਓ। ਤਾਂ ਮੈਂ ਸਮਝਦਾ ਵੀ ਵੈਸੇ ਤਾਂ ਉਹਨਾਂ ਦੇ ਫਾਦਰ ਸਾਹਿਬ ਨਾਲ ਮੈਂ ਮਿਲਿਆ, ਬੜੇ ਇੰਟੈਲੀਜੈਂਟ ਉਹਨਾਂ ਦੇ ਫਾਦਰ ਸਾਹਿਬ ਵੀ ਰਾਜਨੀਤੀ ਦੇ ਵਿੱਚ। ਪਰ ਇੱਥੇ ਗੱਲ ਕੀ ਸੀ ਵੀ ਜੇਕਰ ਕਿਦੋਂ ਵੀ ਮੈਨੂੰ ਵੀ ਕੋਈ ਚੰਗੀ ਗੱਲ ਮਿਲਦੀ ਹੈ ਨਾ, ਚਾਹੇ ਮੇਰੇ ਤੋਂ ਵੱਡਾ ਹੋਵੇ ਚਾਹੇ ਮੇਰੇ ਤੋਂ ਛੋਟਾ ਹੋਵੇ, ਮੈਂ ਉਹਨੂੰ ਗ੍ਰਹਿਣ ਕਰਦਾ, ਐਕਸੈਪਟ ਕਰਦਾ ਉਹਨੂੰ। ਅਤੇ ਜੇ ਮੇਰੀ ਕੋਈ ਗਲਤੀ ਹੋਵੇ ਨਾ ਤਾਂ ਮੈਂ ਉਹਨੂੰ ਗਲਤੀ ਮੰਨਦਾ। ਲੇਕਿਨ ਇੱਕ ਜ਼ਿੰਮੇਦਾਰ ਮੰਤਰੀ ਹੋਣ ਦੇ ਨਾਤੇ, ਇੱਕ ਵਿਧਾਇਕ ਹੋਣ ਦੇ ਨਾਤੇ ਸਾਡੇ ਇਲਾਕੇ ਦੇ, ਮੈਂ ਉਹਨਾਂ ਨੂੰ ਬਾਰ-ਬਾਰ ਇਹ ਕੋਸ਼ਿਸ਼ ਕੀਤੀ ਵੀ ਜਿਹੜੇ ਵਰਕਰਾਂ ਨੇ ਮਿਹਨਤ ਕਰਕੇ ਪਾਰਟੀ ਨੂੰ ਬਣਾਇਆ, ਇੱਥੇ ਮਲੋਟ ਦੇ ਵਿੱਚ ਜੋ ਆਧਾਰ ਬਣਾਇਆ, ਔਰ ਜਿਨ੍ਹਾਂ ਉਮੀਦਾਂ ਦੇ ਨਾਲ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ, ਅਸੀਂ ਉਹਨਾਂ 'ਤੇ ਖਰਾ ਉਤਰੀਏ। ਬਿਲਕੁਲ। ਇਹ ਨਹੀਂ ਵੀ ਆਪਾਂ ਦੂਜੀਆਂ ਪਾਰਟੀਆਂ ਤੋਂ ਆਏ ਵਿਅਕਤੀਆਂ ਨੂੰ ਤਾਂ ਅਹੁਦੇ ਦੇ ਦਈਏ, ਅਤੇ ਜਿਹੜੇ ਆਪਣੇ ਮਿਹਨਤੀ ਵਰਕਰ ਹੈਗੇ ਆ ਉਹਨਾਂ ਨੂੰ ਆਪਾਂ ਕਹੀਏ ਯਾਰ ਸਬਰ ਕਰੋ। ਸਬਰ ਉਹਨਾਂ ਵਾਸਤੇ ਹੀ ਹੈ, ਦੂਜਿਆਂ ਵਾਸਤੇ ਸਬਰ ਨਹੀਂ ਜਿਨ੍ਹਾਂ ਨੇ ਆਉਂਦਿਆਂ ਹੀ ਸਾਰਾ ਕੁਝ ਮਿਲ ਗਿਆ ਉਹਨਾਂ ਨੂੰ, ਜਿਨ੍ਹਾਂ ਨੇ ਕੀਤਾ ਹੀ ਕੁਛ ਨਹੀਂ। ਮਿੱਡਾ ਸਾਹਿਬ, ਮੈਨੂੰ ਐਂ ਲੱਗਦਾ ਹੈ ਅਤੇ ਤੁਹਾਨੂੰ ਵੀ ਯਾਦ ਹੋਊਗਾ, ਤੁਹਾਡੀ ਇਹ ਗੱਲ ਅਤੇ ਘਟਨਾ ਉਹ ਸਮਾਂ ਯਾਦ ਕਰਾਉਂਦੀ ਹੈ ਕਿ ਪਿਛਲੇ 5ਵੇਂ ਸਾਲ ਜਦੋਂ ਇਲੈਕਸ਼ਨ ਹੋਏ 2017 'ਚ ਆਪਣੇ ਸਰਦਾਰ ਅਜੈਬ ਸਿੰਘ ਭੱਟੀ ਜੀ ਕਾਂਗਰਸ ਪਾਰਟੀ ਤੋਂ ਜਿੱਤੇ ਸੀ, ਅਤੇ ਉਹ ਵੀ ਡਿਪਟੀ ਸਪੀਕਰ ਬਣੇ ਸੀ ਮਲੋਟ ਤੋਂ ਜੀ। ਅਤੇ ਉਹਨਾਂ ਨੇ ਵੀ ਮੇਰੇ ਖਿਆਲ 'ਤੇ ਇੰਨਾ ਕੁ ਸਮਾਂ ਲਿਆ ਸੀ ਅਤੇ ਉਹਨਾਂ ਦੇ ਵਰਕਰਾਂ ਦੇ ਵਿੱਚ ਇਸ ਤਰ੍ਹਾਂ ਦੀ ਨਿਰਾਸ਼ਾ ਪੈਦਾ ਹੋ ਗਈ ਸੀ। ਅਤੇ ਅੱਜ ਤੁਹਾਡੇ ਔਰ ਤੁਹਾਡੇ ਵਰਕਰ ਦੀ ਨਿਰਾਸ਼ਾ ਤੋਂ ਉਹ ਸੀਨ ਫਿਰ ਯਾਦ ਆ ਰਿਹਾ, ਉਹ ਵਕਤ ਫਿਰ ਆ ਰਿਹਾ ਕਿ ਮਲੋਟ ਵਾਲੇ ਜਿਹੜੇ ਵਰਕਰ ਹੈ ਕਿਸੇ ਵੀ ਪਾਰਟੀ ਦੇ, ਉਹ ਮਿਹਨਤ ਦਾ ਦਿਲ ਤੋੜ ਕੇ ਕਰਦੇ ਆ, ਪਰ ਉਹਨਾਂ ਦੇ ਉਹਨਾਂ ਮਾਣ ਸਤਿਕਾਰ ਨਹੀਂ ਹੁੰਦਾ। ਕਿ ਤੁਹਾਨੂੰ ਐਂ ਨਹੀਂ ਲੱਗਦਾ ਕਿ ਇੱਕ ਵਾਰੀ ਫਿਰ ਅਜੈਬ ਸਿੰਘ ਭੱਟੀ ਦੀ ਯਾਦ ਆ ਗਈ ਹੋਵੇ? ਨਹੀਂ, ਮੈਂ ਇੱਥੇ ਨਾ ਮੇਰੀ ਕੋਈ ਵੀ ਗੱਲ ਹੋਊਗੀ ਨਾ ਤੁਸੀਂ ਹੈਰਾਨ ਹੋਵੋਗੇ, ਪਬਲਿਕ ਤੁਹਾਡੇ ਦਰਸ਼ਕ ਵੀ ਦੇਖ ਕੇ ਹੈਰਾਨ ਹੋਣਗੇ ਵੀ ਇਹ ਕਿਸ ਤਰ੍ਹਾਂ ਦੀ ਸੋਚ ਵਾਲਾ ਬੰਦਾ ਹੈ। ਮੈਂ ਇੱਥੇ ਕਿਸੇ 'ਤੇ ਕਿੰਤੂ ਪਰੰਤੂ ਕਰਨ ਦੀ ਬਜਾਏ ਇੱਕ ਸਹੀ ਰਸਤਾ ਦਿਖਾਊਂਗਾ। ਉਹ ਕੀ ਕਹਿੰਦੇ ਵੀ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਨਹੀਂ, ਸਾਡਾ ਕਹਿਣ ਦਾ ਮਤਲਬ ਇਹ ਹੈ ਜੀ ਮਿੱਡਾ ਸਾਹਿਬ, ਵੀ ਉਹੀ ਪਰਿਸਥਿਤੀ ਉਦੋਂ ਸੀ, ਉਹਨਾਂ ਦੇ ਵਰਕਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ, ਅਤੇ ਉਹੀ ਸਥਿਤੀ ਅਸਰ ਹੈ, ਉਹਦੇ ਨਾਲ ਮੇਲ ਖਾਂਦੀ ਹੈ। ਇਸ ਲਈ ਅਸੀਂ ਇਹ ਮੰਨਦੇ ਹਾਂ ਵੀ ਸਾਡੇ ਮਲੋਟ ਦੇ ਲੋਕਾਂ ਨਾਲ ਹਰ ਵਾਰ ਇਸ ਤਰ੍ਹਾਂ ਦੀ ਸਥਿਤੀ ਕਿਉਂ ਹੁੰਦੀ ਹੈ, ਕਿਉਂ ਹੁੰਦਾ ਹੈ, ਠੀਕ ਹੈ। ਤਾਂ ਮੇਰਾ ਕਹਿਣ ਦਾ ਭਾਵ ਹੈ ਵੀ ਤੁਸੀਂ ਇਹ ਸੋਚਿਆ ਸੀ ਵੀ ਅਸੀਂ ਕੋਈ ਨਵਾਂ ਕਰਾਂਗੇ, ਨਵਾਂ ਚੇਂਜ ਆਏਗਾ, ਪਰ ਸਥਿਤੀ ਉੱਥੇ ਦੀ ਉੱਥੇ, ਯਾਨੀ ਕਿ ਅਸੀਂ ਗੇੜਾ ਖਾ ਕੇ ਉੱਥੇ ਹੀ ਆ ਗਏ। ਕੀ ਤੁਹਾਨੂੰ ਹੁਣ ਕੀ ਲੱਗਦਾ ਹੈ ਵੀ ਇਹ ਸਥਿਤੀ ਕਿਸ ਤਰ੍ਹਾਂ ਉੱਭਰ ਕੇ ਬਾਹਰ ਆਏਗੀ? ਮੈਂ ਤਾਂ ਦੇਖੋ ਇਸ ਸਥਿਤੀ ਨੂੰ ਉਭਾਰਨ ਦੇ ਲਈ ਸਿਰਫ ਮਾਨ ਸਾਹਿਬ ਨਾਲ ਅਤੇ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਪੰਜਾਬ ਦੇ ਵਿੱਚ ਇਕੱਲਾ ਮਲੋਟ ਨਹੀਂ, ਦੇਖੋ ਮੈਂ ਨਾਲੇ ਹਜੇ ਕਿਤੇ ਗਿਆ ਨਹੀਂ, ਪਰ ਮੇਰਾ ਪੱਤਰਕਾਰੀ ਦਾ ਤਜਰਬਾ ਜਿਹੜਾ ਕਹਿੰਦਾ ਨਾ, ਉਹ ਇਹ ਕਹਿੰਦਾ ਹੈ ਵੀ ਜਿਹੜੇ ਸਾਡੇ 92 ਵਿਧਾਇਕ ਹੈ ਨਾ, 92 ਵਿਧਾਇਕਾਂ ਦੇ ਵਿੱਚੋਂ ਹਜੇ ਵੀ 30-35 ਦੇ ਕਰੀਬ ਅਜਿਹੇ ਹੋਣਗੇ ਜਿਨ੍ਹਾਂ ਨੂੰ ਕੁਛ ਪਤਾ ਨਹੀਂ ਅਤੇ ਉਹ ਗਲਤ ਕਰੀ ਜਾਂਦੇ ਹੋਣਗੇ। ਉਹਨਾਂ ਦੀ ਦੇਖ ਰੇਖ ਕਰਨ ਦੀ ਲੋੜ ਹੈ, ਉਹਨਾਂ ਨੂੰ ਗਾਈਡੈਂਸ ਕਰਨ ਦੀ ਲੋੜ ਹੈ, ਉੱਥੇ ਇਹ ਯਾਦ ਕਰਾਉਣ ਦੀ ਲੋੜ ਹੈ ਵੀ ਇਹ ਸਮਾਂ ਆਪਾਂ ਐਵੇਂ ਨਹੀਂ ਗਵਾਉਣਾ। ਜੇ ਐਵੇਂ ਗਵਾਤਾ ਅਤੇ ਅੱਜ ਤੋਂ ਬਾਅਦ ਪਬਲਿਕ ਦੇ ਵਿੱਚ ਹਰ ਇੱਕ ਪਾਰਟੀ ਤੋਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉੱਠ ਜੂਗਾ। ਮਿੱਡਾ ਸਾਹਿਬ, ਕਿਤੇ ਇਹ ਤਾਂ ਨਹੀਂਗਾ ਵੀ ਜਿਵੇਂ ਵੱਡੇ ਲੀਡਰ ਭਾਜਪਾ ਵੱਲ ਵੀਰਾ ਘੱਤ ਰਹੇ ਹਨ ਅਤੇ ਤੁਹਾਡੇ ਜਾਂ ਕੋਈ ਤੁਹਾਡੇ ਨਾਲ ਦੇ ਸਾਥੀਆਂ ਦੇ ਮਤਲਬ ਕਿ ਇੱਧਰ ਵੀ ਭਾਜਪਾ ਵੱਲ ਝੁਕਾਅ ਹੋ ਗਿਆ ਹੋਵੇ, ਉਸ ਕਰਕੇ ਇਹ ਗੱਲਾਂ ਉੱਭਰ ਕੇ ਬਾਹਰ ਆ ਰਹੀਆਂ ਹਨ? ਦੇਖੋ, ਮੈਂ ਕਿਸੇ ਦੇ ਬਾਰੇ ਤਾਂ ਕੁਛ ਨਹੀਂ ਕਹਿ ਸਕਦਾ, ਲੇਕਿਨ ਕ੍ਰਿਸ਼ਨ ਮਿੱਡੇ ਨੇ ਜੋ ਫੈਸਲਾ ਲੈ ਲਿਆ ਨਾ, ਉਹ ਲੋਹੇ 'ਤੇ ਲਕੀਰ ਹੈ। ਜਾਨ ਚਲੀ ਜਾਵੇ, ਕੁਛ ਹੋ ਜੇ, ਪਰ ਕ੍ਰਿਸ਼ਨ ਮਿੱਡਾ ਫਸਟ ਵਾਰੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਅਤੇ ਇਸ ਤੋਂ ਬਾਅਦ ਉਹਦੀ ਕੋਈ ਪਾਰਟੀ ਨਹੀਂ ਹੋਊਗੀ। ਮੈਂ ਪਬਲਿਕ ਦੇ ਵਿੱਚ ਵੀ ਜਦੋਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਤਾਂ ਮੈਂ ਉੱਥੇ ਵੀ ਲੋਕਾਂ ਨੂੰ ਇਹੀ ਗੱਲ ਕੀਤੀ ਸੀ ਵੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਤੁਹਾਨੂੰ ਕੁਛ ਨਾ ਮਿਲੇ ਅਤੇ ਫਿਰ ਕਾਂਟਾ ਹੀ ਮਾਰ ਦਿਓ। ਜੇ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣੀ, ਆਪਦੇ ਪਿੰਡ ਦੇ ਵਿੱਚੋਂ ਸਰਪੰਚ ਚੁਣੋ, ਆਪਦੇ ਇਲਾਕੇ ਦੇ ਵਿੱਚੋਂ MC ਚੁਣੋ ਅਤੇ ਆਪਦਾ ਹੀ ਇੱਕ ਨਵਾਂ ਸਿਸਟਮ ਖੜਾ ਕਰੋ। ਬੇਟਾ ਸਾਹਿਬ, ਇਹ ਲਾਸਟ ਸਵਾਲ ਹੈ। ਜਾਂਦੇ ਜਾਂਦੇ ਸਥਾਨਕ ਵਿਧਾਇਕ ਅਤੇ ਡਾਕਟਰ ਬਲਜੀਤ ਕੌਰ ਜੀ ਨੂੰ ਕੈਬਨਿਟ ਮੰਤਰੀ ਨੇ ਕੀ ਸੁਝਾਅ ਦੇਣਾ ਚਾਹੋਗੇ, ਅਤੇ ਜਾਂ ਕੀ ਤੁਸੀਂ ਉਹਨਾਂ ਨੂੰ ਆਪਣੇ ਦਿਲ ਦੇ ਵਲਵਲਿਆਂ ਵਿੱਚੋਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਦੇਖੋ, ਆਪਣੀ ਛਵੀ ਅਤੇ ਆਪਣੀ ਲਾਈਫ ਨੂੰ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਵੀ ਲੋਕ ਦੁਨੀਆ 'ਤੇ ਜਾਣ ਤੋਂ ਬਾਅਦ ਵੀ ਯਾਦ ਕਰਨ। ਬਿਲਕੁਲ, ਕਿਆ ਬਾਤ। ਇਹ ਨਹੀਂ ਹੁੰਦਾ ਵੀ ਅਸੀਂ ਕੋਈ ਵੀ ਗਲਤ ਤਰੀਕਾ ਅਪਣਾਈਏ। ਸਾਡਾ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਸਾਨੂੰ
2 ਵਕਤ ਦੀ ਰੋਟੀ ਪਰਮਾਤਮਾ ਦੇ ਦੇਵੇ ਬਿਲਕੁਲ ਔਰ ਅਸੀਂ ਆਪਣੇ ਪੈਸਿਆਂ ਦੇ ਵਿੱਚੋਂ ਪਬਲਿਕ ਦੀ ਸੇਵਾ ਕਰ ਸਕੀਏ। ਔਰ ਪਬਲਿਕ ਕੀ ਸੋਚੂਗੀ ਵੀ ਯਾਰ ਇਹ ਤਾਂ ਬੰਦਾ ਹੀ ਅਜੀਬ ਹੈ ਜਾਂ ਇਹ ਤਾਂ ਡਾਕਟਰ ਹੀ ਅਜੀਬ ਹੈ ਵੀ ਆਪਦੀ ਇਹਨੂੰ ਇੰਨੀ ਪੈਸੇ ਮਿਲਦੇ ਹੈ ਅਤੇ ਆਪ ਕੱਟ ਖਾ ਕੇ ਗਰੀਬ ਅਤੇ ਜ਼ਰੂਰਤਮੰਦਾਂ ਦਾ ਸਹਾਰਾ ਬਣ ਰਿਹਾ ਹੈ। ਕੋਈ ਵੀ ਹੋਵੇ, ਚਾਹੇ ਤੂੰ ABC ਮੈਂ ਹੋਵਾਂ, ਤੁਸੀਂ ਹੋਵੋ, ਡਾਕਟਰ ਬਲਜੀਤ ਕੌਰ ਹੋਵੇ, ਜੇਕਰ ਇਸ ਤਰ੍ਹਾਂ ਦੀ ਛਵੀ ਹੋਊਗੀ ਨਾ ਤਾਂ ਉਹ ਕੰਮ ਹੋਊਗੀ। ਉਹਨਾਂ ਕੋਲੇ ਬਾਲ ਵਿਕਾਸ ਡਿਪਾਰਟਮੈਂਟ ਆ, ਔਰਤਾਂ ਦਾ ਡਿਪਾਰਟਮੈਂਟ ਹੈ। ਮੈਂ ਹੁਣ ਤੁਹਾਨੂੰ ਵੈਸੇ ਕਹਿਣਾ ਨਹੀਂ ਚਾਹੁੰਦਾ, ਪਰ ਮੈਂ ਇਸ਼ਾਰਾ ਕਰਤਾ ਉਹਨਾਂ ਨੂੰ, ਇੱਥੋਂ ਤੁਹਾਡੇ ਦੇ ਥਰੂ ਵੀ ਕਰਦਾ ਵੀ ਜੇਕਰ ਪੂਰੇ ਪੰਜਾਬ ਦੀ ਤੁਹਾਡੇ 'ਤੇ ਜ਼ਿੰਮੇਵਾਰੀ ਹੈ ਨਾ, ਤਾਂ ਪਹਿਲੇ ਆਪਦਾ ਇਲਾਕਾ ਤਾਂ ਸਭ ਤੋਂ ਮੁੱਖ ਹੈ। ਜੇ ਕੋਈ ਘਟਨਾ ਹੁੰਦੀ ਹੈ ਤਾਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਫੋਨ ਅਟੈਂਡ ਕਰਨਾ ਚਾਹੀਦਾ ਹੈ ਬਿਲਕੁਲ ਔਰ ਉਹਦਾ ਹੱਲ ਕਰਨਾ ਚਾਹੀਦਾ ਹੈ। ਬਿਲਕੁਲ ਪੰਜਾਬ ਦੀ ਜ਼ਿੰਮੇਵਾਰੀ ਹੈ ਤਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਜੇਕਰ ਨਿਭਾਉਣਾ ਹੈ, ਬਾਖੂਬੀ ਨਿਭਾਉਣਾ ਹੈ, ਜਾਂ ਤਾਂ ਇੰਨੀਆਂ ਜ਼ਿੰਮੇਵਾਰੀਆਂ ਲੈਣੀਆਂ ਨਹੀਂ ਚਾਹੀਦੀਆਂ, ਅਤੇ ਜੇ ਲਓ ਤਾਂ ਫਿਰ ਉਹਨੂੰ ਬਾਖੂਬੀ ਨਿਭਾਓ। ਬਿਲਕੁਲ ਮੈਂ ਇਹੀ ਕਹਿਣਾ ਚਾਹੂੰਗਾ ਵੀ ਹਜੇ ਵੀ ਕੁਛ ਨਹੀਂ ਹੈ, ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਸਾਡੇ ਵਿਧਾਇਕ ਹੈ, ਜਿਹੜੇ ਸਾਡੇ ਮੰਤਰੀ ਹੈ, ਉਹਨਾਂ ਨੂੰ ਇੱਕ ਇਹੀ ਮੇਰਾ ਸਾਰਿਆਂ ਨੂੰ ਸੰਦੇਸ਼ ਹੈ, ਬਲਜੀਤ ਕੌਰ ਨੂੰ ਵੀ ਜੇਕਰ ਆਪਾਂ ਸਰਕਾਰ ਨੂੰ ਇਸ ਤਰ੍ਹਾਂ ਦਾ ਬਣਾਉਣਾ ਹੈ ਵੀ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਵੋਟਾਂ ਪਾਉਣ, ਸਾਨੂੰ ਲੋੜ ਨਾ ਪਵੇ ਵੋਟਾਂ ਮੰਗਣ ਦੀ, ਅਤੇ ਫਿਰ ਇਹੋ ਜਿਹੀ ਛਵੀ ਬਣਾਉਣੀ ਪਊਗੀ ਵੀ ਲੋਕ ਸੱਚਮੁੱਚ ਯਾਦ ਕਰਨ, ਉਹਨਾਂ ਦੇ ਕੰਮ ਕਰੀਏ ਆਪਾਂ, ਦੇਰ ਹੋਵੇ ਸਵੇਰ ਹੋਵੇ। ਧੰਨਵਾਦ ਮਿੱਡਾ ਸਾਹਿਬ। ਇਹ ਸਨ ਸ੍ਰੀ ਕ੍ਰਿਸ਼ਨ ਮਿੱਡਾ ਜੀ, ਪੱਤਰਕਾਰ ਅਤੇ ਆਮ ਪਾਰਟੀ ਦੇ ਜੁਝਾਰੂ ਵਰਕਰ, ਜਿਨ੍ਹਾਂ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ। ਮੈਂ ਓਮ ਪ੍ਰਕਾਸ਼ ਸ਼ੇਖੂ ਆਪ ਜੀ ਤੋਂ ਇਜਾਜ਼ਤ ਲੈਂਦਾ ਹਾਂ। ਧੰਨਵਾਦ।